ਹੈਲੋ ਵੈਲਕਮ ਟੂ ਆਲ ਆਫ ਯੂ। ਅੱਜ ਆਪਾਂ ਗੱਲ ਕਰਨੀ ਹੈਗੀ ਆ ਆਇਲਸ ਰੀਡਿੰਗ ਦੀ। ਠੀਕ ਆ, ਤਾਂ ਰੀਡਿੰਗ ਦੇ ਲਈ ਜਦੋਂ ਵੀ ਰੀਡਿੰਗ ਦੀ ਗੱਲ ਆਉਂਦੀ ਆ ਤਾਂ ਬੱਚੇ ਕਹਿੰਦੇ ਸਭ ਤੋਂ ਜ਼ਿਆਦਾ ਜਿਹੜਾ ਡਿਫੀਕਲਟ ਮੋਡਿਊਲ ਲੱਗਦਾ ਸਾਨੂੰ ਰੀਡਿੰਗ ਸਾਨੂੰ ਸਮਝ ਨਹੀਂ ਆਉਂਦੀ, ਰੀਡਿੰਗ 'ਚ ਸਾਡਾ ਟਾਈਮ ਨਹੀਂ ਮੈਨੇਜ ਹੁੰਦਾ। ਠੀਕ ਹੈ, ਸਾਡੇ ਸਕੋਰ ਰੀਡਿੰਗ ਦੇ ਵਿੱਚੋਂ ਘੱਟ ਰਹੇ ਹੈਗੇ। ਤਾਂ ਰੀਡਿੰਗ ਦੇ ਕਰਕੇ ਕਈ ਸਟੂਡੈਂਟ ਕੀ ਹੈ, ਐਗਜ਼ਾਮ ਉਹਨਾਂ ਨੂੰ ਇੱਕ ਵਾਰ ਤੋਂ ਜ਼ਿਆਦਾ ਵਾਰ ਵੀ ਦੇਣਾ ਪੈਂਦਾ ਹੈਗਾ। ਠੀਕ ਆ, ਓਨਲੀ ਰੀਡਿੰਗ ਦੀ ਵਜ੍ਹਾ ਨਾਲ। ਤਾਂ ਆਪਾਂ ਜਿਹੜਾ ਜੇ ਰੀਡਿੰਗ ਦੀ ਪ੍ਰੋਬਲਮ ਨੂੰ ਸੋਲਵ ਕਰਨ ਦੀ ਤੁਹਾਨੂੰ ਇੱਕ ਸੋਲਿਡ ਟਿਪ ਦੱਸੂਗੀ ਜਿਹੜੀ ਕਿ 100% ਵਰਕਿੰਗ ਹੋਊਗੀ। ਠੀਕ ਆ, ਤੁਸੀਂ ਇਹ ਕਰਕੇ ਦੇਖਣਾ, ਉਸ ਤੋਂ ਬਾਅਦ ਤੁਸੀਂ ਮੈਨੂੰ ਜਿਹੜੇ ਆਪਣੇ ਰਿਵਿਊ ਜ਼ਰੂਰ ਦੇਣਾ ਕਿ ਤੁਹਾਨੂੰ ਕਿੰਨੀ ਜਿਹੜੀ ਇੰਪਰੂਵਮੈਂਟ ਹੋਈ ਔਰ ਨਹੀਂ ਹੋਈ। ਠੀਕ ਹੈ, ਉਹ ਤੁਸੀਂ ਮੈਨੂੰ ਦੱਸਣਾ ਓਨੈਸਟਲੀ। ਤਾਂ ਮੈਂ ਤੁਹਾਨੂੰ ਹੁਣ ਜਿਹੜੇ ਇੱਕ ਸੋਲਿਡ ਟਿਪ ਸ਼ੇਅਰ ਕਰਨ ਜਾ ਰਹੀ ਹਾਂ ਉਹ ਕੀ ਹੈਗੀ ਆ ਕਿ ਪਹਿਲਾਂ ਤਾਂ ਦੇਖੋ ਆਪਣੀ ਪ੍ਰੋਬਲਮ ਫਾਈਂਡ ਕਰੋ। ਠੀਕ ਆ, ਪ੍ਰੋਬਲਮ ਕੀ ਹੈ, ਤੁਹਾਡੀ ਟਾਈਮ ਮੈਨੇਜਮੈਂਟ ਆ ਔਰ ਐਕੂਰੇਸੀ ਹੈ। ਦੋਨੋਂ ਪ੍ਰੋਬਲਮਸ 'ਚੋਂ ਤੁਹਾਡੀ ਕਿਹੜੀ ਹੈ, ਕਿਉਂਕਿ ਮੇਨਲੀ ਦੋ ਸਟੂਡੈਂਟ ਜਿਹੜੀ ਪ੍ਰੋਬਲਮ ਫੇਸ ਕਰਦੇ ਰੀਡਿੰਗ 'ਚ, ਜਾਂ ਤਾਂ ਉਹਨਾਂ ਕੋਲ ਦੀ ਐਕੂਰੇਸੀ ਨਹੀਂ ਹੁੰਦੀ, ਜੇ ਐਕੂਰੇਸੀ ਹੈਗੀ ਤਾਂ ਟਾਈਮ ਨਹੀਂ ਮੈਨੇਜ ਹੁੰਦਾ। ਠੀਕ ਆ, ਬਟ ਮੈਂ ਤੁਹਾਨੂੰ ਕਹਿੰਦੀ ਹਾਂ ਕਿ ਜ਼ਿਆਦਾ ਇੰਪੋਰਟੈਂਟ ਐਕੂਰੇਸੀ ਆ, ਟਾਈਮ ਨਹੀਂ ਮੈਨੇਜ। ਜੇ ਮੰਨ ਲਓ ਇੱਕ ਸਟੂਡੈਂਟ ਆ ਉਹਦੇ ਕੋਲ 40 ਜਿਹੜੇ ਕੁਐਸਚਨ ਹੈਗੇ ਆ ਅਤੇ 1 ਆਰ ਹੈਗਾ। ਠੀਕ ਆ, ਉਹ 40 ਦੇ 40 ਕੁਐਸਚਨ ਮਤਲਬ ਕਿ ਅਟੈਂਪਟ ਕਰ ਰਿਹਾ ਹੈਗਾ। ਠੀਕ ਆ, ਉਹਨੇ ਕਰ ਲਏ 1 ਆਰ ਦੇ ਵਿੱਚ, ਟਾਈਮ ਮੈਨੇਜ ਹੋ ਗਿਆ। ਪਰ ਜਦੋਂ ਉਹਨੇ ਚੈੱਕ ਕੀਤੇ ਤਾਂ ਉਹ ਜਿਹੜੇ 10-15 ਹੈ ਨਾ, ਇੰਨੇ ਕੀ ਸਹੀ ਹੋਏ, ਮਤਲਬ 15 to 17 ਚਲੋ ਆਪਾਂ ਇੰਨੇ ਲਗਾ ਲੈਂਦੇ, ਇੰਨੇ ਸਹੀ ਹੋਏ। ਤਾਂ ਫਿਰ ਕੀ ਫਾਇਦਾ? ਕੋਈ ਫਾਇਦਾ ਨਹੀਂ ਨਾ ਉਸ ਟਾਈਮ ਮੈਨੇਜਮੈਂਟ ਦਾ, ਜਦੋਂ ਆਪਣੀ ਜਿਹੜੀ ਰਿਕੁਆਇਰਮੈਂਟ ਵੀ ਕੰਪਲੀਟ ਨਾ ਹੋਈ। ਅਤੇ ਹੁਣ ਜੇ ਆਪਾਂ ਗੱਲ ਕਰੀਏ ਕਿ ਐਕੂਰੇਸੀ ਕਿਉਂ ਇੰਪੋਰਟੈਂਟ ਹੈ, ਐਕੂਰੇਸੀ ਇਸ ਕਰਕੇ ਇੰਪੋਰਟੈਂਟ ਆ। ਦੇਖੋ, ਜੇ ਤੁਹਾਡਾ ਟਾਈਮ ਨਹੀਂ ਮੈਨੇਜ ਹੋ ਰਿਹਾ, ਮੰਨ ਲਓ ਤੁਹਾਡੇ ਕੋਲ 40 ਕੁਐਸਚਨ ਆ, 1 ਆਰ ਆ, ਤੁਸੀਂ ਮਤਲਬ ਕਿ ਐਕੂਰੇਸੀ ਤੁਹਾਡੀ ਇੰਨੀ ਹੈਗੀ ਹੈ ਕਿ ਜਿਹੜੇ ਤੁਸੀਂ ਕੁਐਸਚਨ ਨੂੰ ਮੰਨ ਲਓ ਅਟੈਂਪਟ ਕਰ ਲਿੱਤਾ, ਉਹ ਜਿਹੜਾ ਤੁਹਾਡਾ ਐਕੂਰੇਟ ਜਾਊਗਾ। ਠੀਕ ਹੈ, ਕਲੀਅਰ ਆ? ਮਤਲਬ ਤੁਸੀਂ ਕੀ ਆ, 40 ਕੁਐਸਚਨ ਦੇ ਵਿੱਚੋਂ 25 ਤਾਂ ਕਰ ਹੀ ਲਓਗੇ ਨਾ, ਇੰਨੇ ਕੁ ਤਾਂ ਸਟੂਡੈਂਟ ਕਰ ਹੀ ਲੈਂਦੇ ਹੈਗੇ। 25 ਠੀਕ ਆ, ਮਤਲਬ 2 ਪੈਸਿਸ ਤਾਂ ਹੋ ਹੀ ਜਾਂਦੇ ਹੈਗੇ ਆ। ਠੀਕ ਹੈ, 26 ਆਈ ਥਿੰਕ ਕੁਐਸਚਨ ਹੁੰਦੇ ਆ 2 ਪੈਸਿਸ ਦੇ ਵਿੱਚ। ਠੀਕ ਹੈ, 25 to 26 ਇੰਨੇ ਕੁ ਤਾਂ ਕਰ ਲੈਂਦੇ, ਇੱਕ ਪੈਸੇ ਛੁੱਟਦਾ ਹੁੰਦਾ ਨਾ ਮੋਸਟ ਆਫ ਦਾ ਟਾਈਮ। ਤਾਂ ਆਪਣੇ ਕੋਲ ਜੇ ਤੁਸੀਂ 2 ਪੈਸੇ ਅਟੈਂਪਟ ਕੀਤੇ, ਲਾਈਕ 26 ਕੁਐਸਚਨ ਕੀਤੇ, 26 ਦੇ ਵਿੱਚੋਂ ਤੁਹਾਡੇ ਕੀ 23 ਜਿਹੜੇ ਐਕੂਰੇਟ ਚਲੇ ਗਏ। ਲਾਈਕ ਤੁਹਾਡੀ ਐਕੂਰੇਸੀ ਇੰਨੀ ਹੈ ਕਿ ਜਿਹਨੂੰ ਤੁਸੀਂ ਮਤਲਬ ਕੁਐਸਚਨ ਨੂੰ ਅਟੈਂਪਟ ਕਰ ਲਿਆ ਉਹ ਐਕੂਰੇਟ ਹੀ ਹੈ। ਠੀਕ ਹੈ, ਮੰਨ ਲਓ ਤੁਸੀਂ 26 ਜਿਹੜੇ ਕੀਤੇ, ਉਸ ਤੋਂ ਥੋੜ੍ਹੇ 23 ਜਿਹੜੇ ਸਹੀ ਹੋ ਗਏ। ਠੀਕ ਹੈ, ਉਸ ਤੋਂ ਬਾਅਦ ਜਿਹੜੇ ਤੁਹਾਡੇ ਕੋਲ ਮਗਰ ਜਿਹੜੇ 13 ਕੁਐਸਚਨ ਬਚੇ ਹੈਗੇ ਆ, ਉਹ ਤੁਸੀਂ ਇੱਦਾਂ ਛੱਡ ਕੇ ਤਾਂ ਨਹੀਂ ਆਉਂਗੇ, ਕਿਉਂਕਿ ਆਪਾਂ ਜਿਹੜੀ ਐਗਜ਼ਾਮ ਫੀਸ ਭਰੀ ਹੁੰਦੀ ਹੈ, ਕੋਈ ਵੀ ਸਟੂਡੈਂਟ ਛੱਡ ਕੇ ਨਹੀਂ ਆਉਂਦਾ ਹੁੰਦਾ। ਤਾਂ ਲਾਸਟ 'ਤੇ ਆਪਾਂ ਤੁੱਕਾ ਲਗਾ ਦਿੰਦੇ ਹੁੰਦੇ ਹਾਂ। ਠੀਕ ਹੈ, ਮਤਲਬ ਵੀ ਜੇ ਟਰੂ ਫਾਲਸ ਹੈਗੇ ਤਾਂ ਟਰੂ ਲਗਾ ਦਿੱਤਾ, ਤਾਂ ਉਹਦੇ ਵਿੱਚੋਂ ਮੰਨ ਲਓ ਤੁੱਕਾ ਜਿਹੜਾ ਤੁਹਾਡਾ 3 ਕੁਐਸਚਨ ਦਾ 4 ਕੁਐਸਚਨ ਦਾ ਜਿਹੜਾ ਤੁੱਕਾ ਚੱਲ ਗਿਆ। ਠੀਕ ਆ, ਮੰਨ ਲਓ 4 ਕੁਐਸਚਨ ਆ, 13 ਕੁਐਸਚਨ ਦੇ ਵਿੱਚੋਂ ਕੋਈ 4 ਕੁਐਸਚਨ ਦਾ ਤਾਂ ਆਪਣਾ ਚੱਲੂਗਾ ਹੀ ਨਹੀਂ। ਜੇ 13 ਕੁਐਸਚਨ ਆ ਤਾਂ 4 ਕੁਐਸਚਨ ਤਾਂ ਐਕੂਰੇਟ ਚਲੇ ਜਾਣਗੇ ਤੁੱਕੇ ਨਾਲ। ਠੀਕ ਹੈ, ਤਾਂ 4 ਤੁਸੀਂ ਉਹਦੇ ਵਿੱਚ ਐਡ ਕਰ ਲਓ। ਆਪਣੇ ਕੋਲ ਜਿਹੜੇ 23 ਸੀਗੇ, 4 ਤੁਸੀਂ ਹੋਰ ਐਡ ਕਰ ਲਓ, 26 27 ਇੱਥੇ ਤੱਕ ਜਿਹੜੇ ਬਣ ਜਾਂਦੇ ਆ, ਤਾਂ ਥੋੜੀ 6.5 ਤੱਕ ਜਿਹੜੀ ਰਿਕੁਆਇਰਮੈਂਟ ਹੋ ਜਾਂਦੀ ਹੈ। ਠੀਕ ਆ, ਜੇ ਤੁਹਾਡੇ ਨਹੀਂ ਵੀ ਤੁੱਕਾ ਚੱਲਦਾ ਹੈਗਾ ਤਾਂ ਫਿਰ ਵੀ ਐਟਲੀਸਟ ਜੇ ਤੁਸੀਂ ਮਤਲਬ 23 ਕਰਦੇ ਹੋ ਤਾਂ ਰਿਕੁਆਇਰਮੈਂਟ ਕੰਪਲੀਟ ਹੋ ਜਾਂਦੀ ਹੈ ਤੁਹਾਡੀ। ਠੀਕ ਆ, ਬਟ ਆਪਾਂ ਟਰਾਈ ਕਰਨਾ ਹੈਗਾ ਕਿ ਜੇ 40 ਕੁਐਸਚਨ ਕੀਤੇ ਆ ਤਾਂ ਆਪਣੇ 7+ ਸਕੋਰ ਆਉਣ 30। ਠੀਕ ਹੈ, ਤਾਂ ਹੁਣ ਆਪਾਂ ਤੁਹਾਨੂੰ ਸੋਲਿਡ ਟਿਪ ਦੱਸਦੀ ਹਾਂ ਕਿ ਐਕੂਰੇਸੀ ਕਿੱਦਾਂ ਇੰਪਰੂਵ ਕਰ ਸਕਦੇ ਹਾਂ। ਉਹਦੇ ਲਈ ਕੀ ਆਪਣੇ ਕੋਲੇ ਦੇਖੋ, ਆਪਣੇ ਕੋਲ ਪੈਸੇਜ ਹੈਗਾ ਦ ਲਾਈਫ ਐਂਡ ਦ ਵਰਕ ਆਫ ਮੈਰੀ ਕਿਊਰੀ। ਫਸਟ ਆਫ ਆਲ ਤੁਸੀਂ ਕੀ ਕਰਨਾ, ਪੈਸੇਜ ਦਾ ਨਾਮ ਜਿਹੜਾ ਪੜ੍ਹ ਲੈਣਾ ਕੀ ਹੈ। ਠੀਕ ਹੈ, ਪੜ੍ਹਿਆ ਉਹਨੂੰ ਚੰਗੀ ਤਰ੍ਹਾਂ ਇਹ ਦੇਖ ਲਓ ਕਿ ਵੀ ਮੀਨਿੰਗ ਕੀ ਆ, ਕਿਹੜੀ ਚੀਜ਼ ਬਾਰੇ ਹੈ। ਠੀਕ ਹੈ, ਹੁਣ ਤੁਸੀਂ ਦੇਖ ਲਓ ਦ ਲਾਈਫ ਐਂਡ ਵਰਕ, ਅਤੇ ਵਰਕ ਹੈਗਾ ਗਾ ਐਂਡ ਲਾਈਫ ਆ ਉਹਦੀ, ਜਾਣੀ ਕਿ ਮੈਰੀ ਕਿਊਰੀ ਦੀ, ਉਹਦੀ ਕੋਈ ਗੱਲ ਕੀਤੀ ਹੋਊਗੀ। ਠੀਕ ਹੈ, ਮੈਰੀ ਕਿਊਰੀ ਲਾਈਫ ਐਂਡ ਵਰਕ ਪੈਸੇਜ ਪੜ੍ਹ ਲਿਆ। ਉਸ ਤੋਂ ਬਾਅਦ ਤੁਸੀਂ ਜਿਹੜੇ ਕੁਐਸਚਨ ਹੈਗੇ ਉਹਨਾਂ ਨੂੰ ਬਿਲਕੁਲ ਨਹੀਂ ਦੇਖਣਾ, ਮਤਲਬ ਇੱਕ ਪੈਸੇਜ ਡੇਲੀ ਦਾ ਲਿਆ, ਉਹਨੂੰ ਕੁਐਸਚਨਸ ਨੂੰ ਬਿਲਕੁਲ ਨਹੀਂ ਦੇਖਣਾ ਵੀ ਮਤਲਬ ਕਿਹੜੀ ਟਾਈਪ ਹੈਗੀ ਆ, ਕਿਹੜੇ ਕੁਐਸਚਨ ਆਏ, ਬਿਲਕੁਲ ਨਹੀਂ ਦੇਖਣਾ। ਠੀਕ ਹੈ, ਕਲੀਅਰ ਹੈ? ਤੁਸੀਂ ਲਾਈਕ ਜਿੱਦਾਂ ਇੱਕ ਪੈਸੇਜ ਤੁਹਾਡਾ ਮੈਰੀ ਤੋਂ ਸਟਾਰਟ ਹੋ ਰਿਹਾ, ਮੰਨ ਲਓ ਤਾਂ ਸ਼ੀ ਤੱਕ ਚੱਲ ਰਿਹਾ। ਠੀਕ ਹੈ, ਲਾਈਕ ਇੱਥੋਂ ਤੱਕ ਤੁਹਾਡਾ ਇੱਕ ਪੈਸੇਜ ਆ, ਕਲੀਅਰ ਹੈ? ਇੱਥੋਂ ਤੱਕ ਇੱਕ ਪੈਸੇਜ ਹੋਇਆ ਤਾਂ ਤੁਸੀਂ ਕੀ ਕਰਨਾ, ਡੇਲੀ ਫਸਟ ਲਾਈਨ ਤੋਂ ਲੱਗਣਾ, ਮੈਰੀ ਕਿਊਰੀ ਇਜ਼ ਪ੍ਰੋਬਬਲੀ ਦ ਮੋਸਟ ਫੇਮਸ ਵੂਮਨ ਸਾਇੰਟਿਸਟ ਹੂ ਹੈਜ਼ ਐਵਰ ਲਿਵਡ। ਠੀਕ ਆ, ਇੱਦਾਂ ਇੱਕ ਲਾਈਨ, ਇੱਕ ਜਿਹੜਾ ਮਤਲਬ ਤੁਸੀਂ ਵਰਡ ਹੈਗਾ ਉਹਨੂੰ ਪੜ੍ਹਨਾ। ਜਿਹੜੇ ਵਰਡ ਦਾ ਮੀਨਿੰਗ ਤੁਹਾਨੂੰ ਨਹੀਂ ਪਤਾ ਗੂਗਲ ਕਰੋ। ਠੀਕ ਹੈ, ਤਾਂ ਉਸੇ ਮਤਲਬ ਜਿਹੜੀ ਤੁਸੀਂ ਕਰ ਰਹੇ ਹੈਗੇ ਆ ਰੀਡਿੰਗ, ਠੀਕ ਹੈ, ਜਿਹੜਾ ਤੁਹਾਡੇ ਕੋਲ ਮਤਲਬ ਪੇਜ ਹੈਗਾ ਜਿੱਥੇ ਤੁਸੀਂ ਰੀਡਿੰਗ ਕਰ ਰਹੇ ਹੈਗੇ ਆ, ਤਾਂ ਉੱਥੇ ਤੁਸੀਂ ਅੰਡਰਲਾਈਨ ਕਰ ਲਓ। ਲਾਈਕ ਹੁਣ ਤੁਹਾਨੂੰ ਸਾਇੰਟਿਸਟ ਦਾ ਮਤਲਬ ਨਹੀਂ ਪਤਾ ਸੀਗਾ, ਠੀਕ ਹੈ, ਤਾਂ ਤੁਸੀਂ ਕੀ ਕਰ ਲੈਣਾ, ਉੱਥੇ ਜਿਹੜਾ ਸਾਇੰਟਿਸਟ ਦਾ ਪੰਜਾਬੀ ਵਿੱਚ ਮੀਨਿੰਗ ਜਾਂ ਆਪਣੀ ਲੈਂਗੁਏਜ ਦੇ ਵਿੱਚ ਮੀਨਿੰਗ ਲਿਖ ਲੈਣਾ। ਠੀਕ ਹੈ, ਸਾਇੰਟਿਸਟ ਦਾ ਮੀਨਿੰਗ ਲਿਖ ਲਿਆ। ਉਦੋਂ ਬਾਅਦ ਮੰਨ ਲਓ ਜੇ ਤੁਹਾਨੂੰ ਵੂਮੈਨ ਦਾ ਨਹੀਂ ਪਤਾ, ਤੁਸੀਂ ਵੂਮੈਨ ਦਾ ਆਪਣਾ ਮੀਨਿੰਗ ਲਿਖ ਲੈਣਾ। ਇੱਕ ਤਾਂ ਇਹਦੇ ਨਾਲ ਇਹ ਹੋਊਗਾ ਕਿ ਤੁਹਾਡੀ ਵਕੈਬ ਜਿਹੜੀ ਬਹੁਤ ਜ਼ਿਆਦਾ ਇੰਪਰੂਵ ਹੋ ਜੂਗੀ। ਤਾਂ ਇੱਕ ਇਹ ਕੀ ਹੋਊਗਾ, ਤੁਹਾਡੀ ਇਹਦੇ ਨਾਲ ਅੰਡਰਸਟੈਂਡਿੰਗ ਐਂਡ ਟਰਾਂਸਲੇਸ਼ਨ ਸਕਿੱਲ ਜਿਹੜੀ ਹੈਗੀ ਉਹ ਕਾਫੀ ਇੰਪਰੂਵ ਹੁੰਦੀ ਹੈ। ਅਤੇ ਜਦੋਂ ਤੁਹਾਡੀ ਅੰਡਰਸਟੈਂਡਿੰਗ ਇੰਪਰੂਵ ਹੋਗੀ ਐਂਡ ਟਰਾਂਸਲੇਸ਼ਨ ਇੰਪਰੂਵ ਹੋਗੀ ਤਾਂ ਤੁਹਾਡੇ 100% ਜਿਹੜੇ ਰੀਡਿੰਗ 'ਚੋਂ ਸਕੋਰ ਜਿਹੜੇ ਇੰਪਰੂਵ ਹੋਣਗੇ। ਤੁਸੀਂ 10 ਡੇਜ਼ ਕਰਨਾ, ਇਹ ਨਹੀਂ ਹੈਗਾ ਤੁਸੀਂ ਜਿਹੜੇ ਵਰਡ ਲਿਖ ਲਏ ਆ ਮਤਲਬ ਉਹਨਾਂ ਦਾ ਯਾਦ ਕਰਨਾ, ਬਸ ਤੁਸੀਂ ਇੱਕ ਵਾਰੀ ਉਹਨਾਂ ਨੂੰ ਕਲੀਅਰ ਕਰ ਲੈਣਾ ਕਿ ਇਸ ਮਤਲਬ ਇਸ ਪੈਸੇਜ ਦੇ ਵਿੱਚ ਇਸ ਵਰਡ ਦਾ ਮੀਨਿੰਗ ਇਹ ਵਾਲਾ ਹੈਗਾ। ਠੀਕ ਆ,
ਸਾਰਾ ਇੱਕ ਵੀ ਲਾਈਨ ਨਹੀਂ ਛੱਡਣੀ ਕਿ ਸਾਰੇ ਪੈਸੇਜ ਆ, ਜਾਣੀ ਕਿ ਜਿੱਥੋਂ ਇੱਥੋਂ ਤੱਕ ਆਪਣੇ ਕੋਲੇ ਪੈਸੇਜ ਸਾਰਾ ਇੱਕ ਇੱਕ ਲਾਈਨ ਤੁਸੀਂ ਕਲੀਅਰ ਕਰਨੀ ਹੈ ਚੰਗੀ ਤਰ੍ਹਾਂ। ਡੇਲੀ ਇੱਕ ਪੈਸੇਜ ਕਰਨਾ। ਜੇ ਹੁਣ ਆਪਣੇ ਕੋਲੇ ਲਾਈਕ 3 ਪੈਸੇਜ ਹੁੰਦੇ ਆ ਨਾ ਰੀਡਿੰਗ 'ਚ, ਇੱਕ ਪੈਸੇਜ ਕਰ ਲਓ। ਜੇ ਕੋਈ ਸਟੂਡੈਂਟ ਹੈਗਾ ਗਾ 2 ਕਰ ਸਕਦਾ, ਠੀਕ ਆ, ਤਾਂ ਤੁਸੀਂ ਇੱਕ ਮੋਰਨਿੰਗ ਇੱਕ ਈਵਨਿੰਗ ਇਸ ਤਰੀਕੇ ਨਾਲ ਕਰਨਾ। ਰੀਡਿੰਗ 2 ਕਰਨ ਦੀ ਬਜਾਏ ਸਮ ਸਟੂਡੈਂਟ ਕੀ ਕਰਦੇ ਆ ਕਿ ਰੀਡਿੰਗ 2 ਟਾਈਮਸ ਕਰਦੇ ਆ, ਠੀਕ ਹੈ, ਜਾਂ 3 ਟਾਈਮਸ ਵੀ ਕਰਦੇ ਆ ਰਿਵੀਜ਼ਨ ਦੇ ਲਈ। ਤਾਂ ਪਲੀਜ਼ ਉਹਨੂੰ 10 ਡੇਜ਼ ਲਈ ਅਵੋਇਡ ਕਰੋ। ਰੀਡਿੰਗ ਚਾਹੇ ਤੁਸੀਂ ਇੱਕ ਕਰੋ ਚਾਹੇ ਤੁਸੀਂ ਨਾ ਕਰੋ, ਬਟ ਤੁਸੀਂ ਇਹ ਚੀਜ਼ ਜ਼ਰੂਰ ਕਰਕੇ ਦੇਖੋ ਮੋਰਨਿੰਗ ਐਂਡ ਈਵਨਿੰਗ ਇੱਕ ਇੱਕ ਪੈਸੇਜ ਡੇਲੀ ਜਿਹੜਾ ਸੋਲਵ ਕਰੋ। ਜੇ ਤੁਸੀਂ ਨਹੀਂ ਕਰ ਸਕਦੇ ਮਾਰਨਿੰਗ ਈਵਨਿੰਗ, ਤੁਸੀਂ ਇੱਕ ਕਰ ਸਕਦੇ, ਠੀਕ ਆ। 10 ਡੇਜ਼ ਦੇ ਲਈ ਇਹਨੂੰ ਕਰਕੇ ਦੇਖੋ। ਉਸ ਤੋਂ ਬਾਅਦ ਤੁਸੀਂ ਦੇਖਣਾ ਹੈਗਾ ਕਿ ਤੁਹਾਡੀ ਇੰਪਰੂਵਮੈਂਟ ਕਿੰਨੀ ਹੋਈ। ਪਹਿਲਾਂ ਐਵਰੇਜ ਦੇਖ ਲਓ ਤੁਹਾਡੀ ਸਕੋਰ ਕਿੰਨੇ ਹੈਗੇ ਆ, ਮਤਲਬ 15 ਸਹੀ ਹੋ ਰਿਹਾ ਜਾਂ ਤੁਹਾਡੇ ਡੇਲੀ ਬੇਸਿਸ 'ਤੇ 17 ਹੋ ਰਿਹਾ, 20 ਤੱਕ ਹੈਗੀ ਆ। ਉਸ ਤੋਂ ਬਾਅਦ ਤੁਸੀਂ ਇਹ ਕਰਕੇ ਦੇਖੋ ਕਿ ਰਿਕੁਆਇਰਮੈਂਟ ਤੁਹਾਡੀ ਜਿਹੜੀ ਇੰਪਰੂਵਮੈਂਟ ਕਿੰਨੀ ਹੋਈ ਹੈ ਇਸ ਤੋਂ ਬਾਅਦ, ਠੀਕ ਆ। ਤਾਂ ਇਹ ਆਪਣੀ ਇੱਕ ਸੋਲਿਡ ਟਿਪ ਆ। ਹਰ ਇੱਕ ਟਿਪਸ ਐਂਡ ਟ੍ਰਿਕਸ ਉਹ ਮੈਥਡ ਹੁੰਦਾ, ਠੀਕ ਆ, ਕਰਨ ਦਾ। ਲਾਈਕ ਹੁਣ ਜੇ ਆਪਾਂ ਗੱਲ ਕਰੀਏ ਕਿ ਆਪਣੇ ਕੋਲ ਪੈਸੇਜ ਪਿਆ ਲਿਸਟ ਆਫ ਹੈਡਿੰਗ ਆ, ਤਾਂ ਹੁਣ ਮੈਂ ਤੁਹਾਨੂੰ ਆਪਣੇ ਤਰੀਕੇ ਨਾਲ ਕਹੂੰਗੀ ਕਿ ਨਹੀਂ, ਇਹ ਜਿਹੜਾ ਸਾਰਾ ਪੈਸੇਜ ਪੜ੍ਹ ਕੇ ਤੁਹਾਡਾ ਲਿਸਟ ਆਫ ਹੈਡਿੰਗ ਸੋਲਵ ਹੋਊਗਾ, ਹੈ ਨਾ। ਕੀ ਪਤਾ ਕੋਈ ਹੋਰ ਟੀਚਰ ਹੋਵੇ ਉਹਨਾਂ ਦਾ ਇਹ ਮੈਥਡ ਹੋਵੇ ਕਿ ਨਹੀਂ 2 ਲਾਈਨਸ ਉੱਪਰੋਂ ਪੜ੍ਹ ਲਈਆਂ, ਠੀਕ ਹੈ, 2 ਲਾਈਨਸ ਨੀਚੋਂ ਪੜ੍ਹ ਲਈਆਂ, ਅਤੇ ਉਸ ਤਰੀਕੇ ਦੇ ਨਾਲ ਜਿਹੜੀ ਰੀਡਿੰਗ ਸੋਲਵ ਹੋ ਜੂਗੀ। ਪਰ ਠੀਕ ਆ, ਉਹ ਮੈਥਡ ਹੁੰਦਾ ਹੈ, ਠੀਕ ਆ। ਮੈਥਡ ਉਦੋਂ ਹੀ ਕੰਮ ਕਰੂਗਾ ਤੁਹਾਡਾ ਜਦੋਂ ਤੁਹਾਨੂੰ ਅੰਡਰਸਟੈਂਡਿੰਗ ਆ। ਜੇ ਮੰਨ ਲਓ ਤੁਹਾਨੂੰ ਲਾਈਨ ਪੜ੍ਹ ਕੇ ਸਮਝ ਹੀ ਨਹੀਂ ਆ ਰਿਹਾ, ਮੈਂ ਤੁਹਾਨੂੰ ਕਹਿ ਰਹੀ ਹੈਗੀ, ਮੈਂ ਤੁਹਾਨੂੰ ਟਿਪਸ ਦੇ ਰਹੀ ਹੈਗੀ ਹਾਂ ਕਿ ਵੀ ਰੀਡਿੰਗ ਦੀ ਟਿਪਸ ਇਹ ਹੈਗੀ ਆ ਕਿ ਤੁਸੀਂ ਪਹਿਲਾਂ ਕੁਐਸਚਨ ਰੀਡ ਕਰਨਾ, ਫਿਰ ਉਸ ਤੋਂ ਬਾਅਦ ਤੁਸੀਂ ਕੀਵਰਡ ਚੁੱਕਣੇ ਆ, ਪੈਸੇਜ ਦੇ ਵਿੱਚ ਆਉਣਾ, ਠੀਕ ਹੈ। ਤਾਂ ਪੈਸੇਜ ਤੋਂ ਮਤਲਬ ਕਿ ਤੁਸੀਂ ਆਨਸਰ ਜਿਹੜਾ ਫਾਈਂਡ ਕਰਨਾ ਹੈਗਾ, ਪੈਸੇਜ ਦੇ ਵਿੱਚ ਕੀਵਰਡਸ ਦੀ ਹੈਲਪ ਦੇ ਨਾਲ ਲੋਕੇਸ਼ਨ ਟ੍ਰੇਸ ਕਰਨੀ ਹੈ। ਉਸ ਤੋਂ ਬਾਅਦ ਤੁਸੀਂ ਉੱਥੋਂ ਜਿਹੜਾ ਪੜ੍ਹਨਾ ਹੈਗਾ, ਅਕਸਰ ਤਾਂ ਤੁਸੀਂ ਫਿਰ ਉੱਥੇ ਆ ਕੇ ਪੜ੍ਹਨਾ ਹੀ ਹੈ ਨਾ। ਜੇ ਤੁਹਾਨੂੰ ਫਿਰ ਵੀ ਪੜ੍ਹ ਕੇ ਵੀ ਨਾ ਪਤਾ ਲੱਗਾ ਕਿ ਮੀਨਿੰਗ ਕੀ ਨਿਕਲ ਰਿਹਾ ਲਾਈਨ ਦਾ, ਤਾਂ ਤੁਸੀਂ ਜਿਹੜਾ ਆਨਸਰ ਬਿਲਕੁਲ ਵੀ ਨਹੀਂ ਕਰ ਸਕਦੇ, ਠੀਕ ਹੈ। ਤਾਂ ਇਸ ਤਰੀਕੇ ਨਾਲ ਕੀ ਹੈ, ਪਹਿਲਾਂ ਟਰਾਂਸਲੇਸ਼ਨ, ਹਾਂ ਥੋੜ੍ਹਾ ਬਹੁਤਾ ਚੱਲ ਜਾਂਦਾ ਹੁੰਦਾ ਗਾ। ਲਾਈਕ ਜਿੱਦਾਂ ਤੁਹਾਨੂੰ 1-2 ਵਰਡ ਦਾ ਮੀਨਿੰਗ ਨਹੀਂ ਪਤਾ, ਚਲੋ ਉਹ ਹੋ ਜਾਂਦਾ ਕਲੀਅਰ। ਮੰਨ ਲਓ ਆਪਾਂ ਇਹ ਕਹਿ ਸਕਦੇ ਕਿ 1-2 ਕੁਐਸਚਨ ਆਪਣੇ ਗਲਤ ਹੋ ਜਾਣਗੇ, ਠੀਕ ਹੈ। ਤਾਂ ਪਰ ਆਪਣਾ ਜਿਹੜਾ ਇਹ ਨਹੀਂ ਹੈਗਾ ਕਿ ਆਪਾਂ ਨੂੰ ਬਿਲਕੁਲ ਟਰਾਂਸਲੇਸ਼ਨ ਨਹੀਂ ਆਉਂਦੀ ਹੈਗੀ, ਤਾਂ ਆਪਾਂ ਚਾਹੀਏ ਕਿ ਰੀਡਿੰਗ ਇੰਪਰੂਵਮੈਂਟ ਹੋ ਜਾਏ, ਠੀਕ ਹੈ। ਤਾਂ ਰੀਡਿੰਗ ਦੀ ਇੰਪਰੂਵਮੈਂਟ ਤਦ ਹੀ ਹੋਊਗੀ ਜਦੋਂ ਤੁਹਾਨੂੰ ਅੰਡਰਸਟੈਂਡਿੰਗ ਕਲੀਅਰ ਹੋਗੀ। ਮਤਲਬ ਆਪਣੀ ਅੰਡਰਸਟੈਂਡਿੰਗ ਇੰਪਰੂਵ ਕਰੋ, ਟਾਈਮ ਨੂੰ ਵੀ ਛੱਡੋ, ਠੀਕ ਹੈ। ਤਾਂ ਆਪਣਾ ਜਿਹੜਾ ਕੋਈ ਵੀ ਰੀਡਿੰਗ ਦੀ ਪ੍ਰੋਬਲਮ ਉਹਨੂੰ ਛੱਡ ਦਿਓ। ਇਹ ਨਾ ਸੋਚੋ ਮੇਰੇ ਇੰਨੇ ਕੁਐਸਚਨ ਕੰਪਲੀਟ ਹੋ ਰਹੇ ਜਾਂ ਨਹੀਂ ਹੋ ਰਹੇ। ਤੁਸੀਂ 10 ਡੇਜ਼ ਇਸ ਮੈਥਡ ਨੂੰ ਦੇ ਕੇ ਦੇਖੋ। ਟਰਾਂਸਲੇਸ਼ਨ ਕਰਨੀ ਹੈ ਫੁੱਲ ਪੈਸੇਜ ਦੀ, ਠੀਕ ਆ। ਤਾਂ ਫੁੱਲ ਪੈਸੇਜ ਦੀ ਟਰਾਂਸਲੇਸ਼ਨ ਕਰਕੇ ਤੁਸੀਂ ਦੇਖੋ ਕਿ ਤੁਹਾਡੀ ਇੰਪਰੂਵਮੈਂਟ ਕਿੰਨੀ ਹੋ ਰਹੀ ਆ। ਤਾਂ ਇਹ ਇੱਕ ਸੋਲਿਡ ਟਿਪ ਹੈਗੀ ਆ, ਠੀਕ ਆ। 100% ਜਿਹੜਾ ਵਰਕ ਕਰੂਗੀ। ਤੁਸੀਂ ਟਰਾਈ ਕਰਕੇ ਦੇਖੋ ਕਿ ਕਿੰਨੀ ਤੁਹਾਡੀ ਇੰਪਰੂਵਮੈਂਟ ਹੋ ਰਹੀ ਆ। ਤਾਂ ਆਪਣਾ ਇੱਕ ਸਕੋਰ ਜਿਹੜਾ ਇੰਪੋਰਟੈਂਟ ਹੁੰਦਾ ਗਾ। ਲਾਈਕ ਜੇ ਆਪਣੇ ਕੋਲੇ ਰਿਕੁਆਇਰਮੈਂਟ 23 ਤੇ ਕੰਪਲੀਟ ਹੁੰਦੀ ਹੈ ਨਾ, ਜਿੱਦਾਂ 6 ਆਪਣੇ 23 ਤੇ ਬਣ ਹੈ ਨਾ ਅਕੈਡਮਿਕ ਸਟੂਡੈਂਟ ਦੇ, ਤਾਂ ਜੇ ਆਪਣੇ 22 ਵੀ ਰਹਿ ਜਾਂਦੇ ਆ ਤਾਂ ਉਹਦੇ ਨਾਲ ਆਪਣੇ ਜਿਹੜੇ 5.5 ਰਹਿੰਦੇ, ਠੀਕ ਆ। ਤਾਂ ਉਹਦੇ ਨਾਲ ਆਪਣਾ ਇੱਕ ਜਾਣੀ ਕਿ ਸਕੋਰ ਆਪਣੇ ਲਈ ਇੰਪੋਰਟੈਂਟ ਹੈਗਾ ਗਾ। ਤਾਂ ਇਸ ਲਈ ਤੁਸੀਂ ਕੀ ਟਰਾਈ ਕਰਨਾ ਕਿ ਇਸ ਮੈਥਡ ਨਾਲ ਤੁਹਾਡੀ ਇੰਪਰੂਵਮੈਂਟ ਮਿਨੀਮਮ ਤੁਸੀਂ 5 to 6 ਜਿਹੜੇ ਆਪਣੇ ਸਕੋਰ ਇੰਪਰੂਵ ਕਰ ਲਓਗੇ ਇਸ ਮੈਥਡ ਦੇ ਨਾਲ, ਠੀਕ ਹੈ। ਲਾਈਕ ਜੇ ਹੁਣ ਤੁਹਾਡੇ 20 ਸਹੀ ਹੋ ਰਹੇ ਹੈਗੇ, ਐਵਰੇਜ 20 ਆਈ ਆ, ਅਤੇ 25 26 ਤੱਕ ਤੁਸੀਂ ਜਿਹੜਾ ਲਿਜਾ ਸਕਦੇ। ਜੇ 26 ਤੱਕ ਆ ਰਹੀ ਹੈ ਤਾਂ 30+ ਤੁਸੀਂ ਲਿਜਾ ਸਕਦੇ ਆ, ਠੀਕ ਆ। ਤਾਂ ਇਹ ਤੁਸੀਂ ਜ਼ਰੂਰ ਮੈਥਡ ਯੂਜ਼ ਕਰਨਾ ਹੈਗਾ। ਤਾਂ ਉਸ ਤੋਂ ਬਾਅਦ ਤੁਸੀਂ ਮੈਨੂੰ ਦੱਸਣਾ ਕਿ ਕਿੰਨਾ ਵਰਕਿੰਗ ਹੈਗਾ, ਠੀਕ ਆ। ਤਾਂ ਅੱਜ ਦੀ ਜਿਹੜੀ ਵੀਡੀਓ ਆਈ ਹੋਪ ਤੁਹਾਡੇ ਲਈ ਇਨਫੋਰਮੇਟਿਵ ਹੋਊਗੀ। ਥੈਂਕਸ ਫੋਰ ਵਾਚਿੰਗ।